ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। नमस्कार, आदाब, सत श्री अकाल। आवाज दी दुनिया दे दीवाने हो, मस्ताने हो। हाजिर है जी तुहाडा अपना खिदमतगार चरणजीत जोगी लैके तुहाडा पसंदीदा प्रोग्राम नजरिया। सज्जनों, मित्रों, प्यारियो, बेलियो, सहेलियो, की हाले चाले ने फिर थोड़े ठीक ठाक हो? चढ़ती कला बागो बाग गार्डन गल हैगी इदां कि जिंदगी दे विच बहुत सारे बदलाव जिहड़े आ ਉਹ ਆਉਂਦੇ ਹੁੰਦੇ ਨੇ, क्योंकि बदलाव ਜਿਹੜਾ ਇਹ ਕੁਦਰਤ ਦਾ ਨਿਯਮ ਹੈ, ਨੇਮ ਹੈ। ਇਹ ਬਦਲਾਅ ਚੱਲਦਾ ਰਹਿੰਦਾ ਹੈ ਕਿਉਂਕਿ ਦੇਖੋ ਮੌਸਮ ਬਦਲਦਾ ਹੈ, ਰੁੱਤਾਂ ਬਦਲਦੀਆਂ, ਦਿਨ ਰਾਤ ਬਦਲਦੇ ਹੈ ਔਰ ਇਸੇ ਤਰ੍ਹਾਂ ਸਾਡੇ ਖਿਆਲਾਤ ਵੀ ਬਦਲਦੇ ਹੈ। ਕਈ ਵਾਰ ਸਾਡੇ ਸਾਥ ਵੀ ਬਦਲਦੇ ਹੈ। ਖੈਰ ਸਾਥੀ ਤਾਂ ਸਾਡਾ ਬਦਲਿਆ ਹੀ ਗਿਆ ਹੈ। ਚਲੋ ਖੈਰ ਗੱਲ ਇਹ ਕਹਿੰਦੇ ਨੇ ਕਿ ਬਦਲੇ ਮੌਸਮ ਲੱਖ ਵਾਰੀ ਪਰ ਯਾਰ ਨਾ ਬਦਲੇ। ਮੌਸਮ ਵਾਂਗੂ ਸੱਜਣਾ ਦਾ ਕਦੇ ਪਿਆਰ ਨਾ ਬਦਲੇ। ਬਦਲੇ ਤੁਸੀਂ ਵੀ ਨਹੀਂ ਤੇ ਬਦਲੇ ਅਸੀਂ ਵੀ ਨਹੀਂ। ਉਹੀ ਪਿਆਰ, ਉਹੀ ਮੁਹੱਬਤ ਲੈ ਕੇ ਹਾਜ਼ਰ ਹਾਂ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਆਗਾਜ਼ ਕਰ ਰਹੇ ਹਾਂ ਜੀ ਆਪਾਂ ਇਸ ਗੀਤ ਦੇ ਨਾਲ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਜੀ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੇ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ ਤੁਹਾਡੇ ਨਾਲ ਹੈ। ਆਮ ਤੌਰ ਤੇ ਸਾਡੀ ਸੋਚ ਪਤਾ ਕੀ ਹੈ ਕਿ ਉਸ ਸਟੋਰ ਤੇ ਚੱਲੀਏ ਕਿ ਜਿੱਥੇ ਸਾਨੂੰ ਇੱਕ ਦੇ ਨਾਲ ਇੱਕ ਫ੍ਰੀ ਮਿਲਣਾ। ਅਸੀਂ ਬਹੁਤ ਦੌੜਦੇ ਹਾਂ ਉਧਰ ਨੂੰ ਕਿ ਜਿੱਥੇ ਪਤਾ ਲੱਗਿਆ ਕਿ $1 ਵਾਲੀ ਸੇਲ ਲੱਗੀ ਹੋਈ ਹੈ, ਆ ਫਲਾਣੇ ਥਾਂ ਅਸੀਂ ਇੱਕ ਨਾ ਇੱਕ ਫ੍ਰੀ ਚੱਕ ਲਿਆਂਦਾ। ਕਈ ਵਾਰ ਇਸ ਫ੍ਰੀ ਦੇ ਚੱਕਰ ਦੇ ਵਿੱਚ ਅਸੀਂ ਐਵੇਂ ਲੁੱਟ ਪੁੱਟ ਵੀ ਹੋ ਜਾਂਦੇ, ਪਰ ਫਿਰ ਵੀ ਕਹਿੰਦੇ ਨੇ ਨਾ ਫਰੀ ਦੀ ਤਾਂ ਲੋਕੀ ਜ਼ਹਿਰ ਨਹੀਂ ਛੱਡਦੇ, ਤਾਂ ਫਿਰ ਅਸੀਂ ਕਿਉਂ ਛੱਡ ਦਈਏ। ਲਓ ਜੀ, ਮੁਫਤ ਖੋਰੀ ਜਿਹੜੀ ਹੈ ਨਾ ਸਾਡੇ ਦਿਲੋਂ ਦਿਮਾਗ ਦੇ ਵਿੱਚ ਕੀ, ਸਾਡੇ ਤਾਂ ਖੂਨ ਦੇ ਵਿੱਚ ਰਚ ਗਈ ਹੈ। ਹੁਣ ਤਾਂ ਸਾਡੇ ਹੱਡਾਂ ਦੇ ਵਿੱਚ ਇੰਨੀ ਰਚ ਗਈ ਹੈ, ਉਨੀ ਲੋਕਾਂ ਦੇ ਹੱਡਾਂ ਦੇ ਵਿੱਚ ਤਾਂ ਫੀਮ ਨਹੀਂ ਰਚਦੀ। ਗੱਲ ਇਹ ਹੈ ਕਿ ਇਹ ਜਿਹੜਾ ਨਸ਼ੇ ਵਾਂਗੂ ਸਾਡੇ ਮੁਫਤਖੋਰੀ ਹੱਡਾਂ ਦੇ ਵਿੱਚ ਰਚ ਗਈ ਹੈ, ਇਸੇ ਹੀ ਸਾਡੀ ਕੀ ਕਹਿੰਦੇ ਹੁੰਦੇ ਕਮਜ਼ੋਰੀ ਨੂੰ ਸਰਕਾਰਾਂ ਵੀ ਜਾਣਦੀਆਂ ਨੇ। ਇਸੇ ਕਰਕੇ ਸਾਨੂੰ ਕੋਈ ਨਾ ਕੋਈ ਲੋਲੀਪੌਪ ਦੇ ਦਿੰਦੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਕੋਲੋਂ ਵੋਟਾਂ ਉਗਰਾ ਸਕਣ। ਹੁਣ ਹੌਲੀ ਹੌਲੀ ਮੇਰਾ ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ। ਇਸ ਮੁਫਤਖੋਰੀ ਦੇ ਦੌਰ ਦੇ ਵਿੱਚ, ਇਸ ਮੁਫਤ ਦੇ ਚੱਕਰ ਦੇ ਵਿੱਚ ਸਰਕਾਰ ਨੇ ਇੱਕ ਹੋਰ ਤੋਹਫਾ ਦਿੱਤਾ ਜੀ ਤੁਹਾਨੂੰ। ਉਹਦੇ ਬਾਰੇ ਜ਼ਿਕਰ ਕਰਦੇ ਆਣ ਕੇ ਆਪਾਂ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਗੱਲ ਕਰ ਰਹੇ ਹਾਂ ਕਿ ਸਰਕਾਰ ਨੇ ਹੁਣ ਤਾਜ਼ਾ ਤੱਤਾ ਐਲਾਨ ਕੀਤਾ ਹੈ ਜੀ ਕਿ ਪੰਜਾਬ ਦੀਆਂ ਬੱਸਾਂ ਦੇ ਵਿੱਚ ਬੀਬੀਆਂ ਕਰਨਗੀਆਂ ਸਫ਼ਰ ਫ੍ਰੀ। ਹੁਰ ਬੱਲੇ 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 ਬੱਲੇ, ਸ਼ਾਵਾ। ਸਰਕਾਰ ਨੇ ਦੇਖੋ ਕੈਸਾ ਵੱਡਾ ਕਦਮ ਉਠਾਇਆ। ਮਾਗਾ ਜੀ ਸਰਕਾਰ ਨੇ ਆਨ ਸਾਰਿਆਂ ਦੇ ਧੋਣੇ ਧੋ ਦਿੱਤੇ। ਬੀਬੀਆਂ ਨੂੰ ਹੁਣ ਬੱਸਾਂ ਦੇ ਵਿੱਚ ਮੁਫਤ ਝੂਟੇ ਮਿਲਿਆ ਕਰਨਗੇ। ਕਿਆ ਬਾਤ ਹੈ। ਮੈਂ ਕਹਿੰਦਾ ਕਿਸੇ ਮੋਟਰਸਾਈਕਲ ਦੇ ਮਗਰ ਲਿਖਿਆ ਪੜਿਆ ਸੀ ਕਿ ਸੋਹਣੀਆਂ ਕੁੜੀਆਂ ਨੂੰ ਝੂਟੇ ਫ੍ਰੀ। ਹਾਂ, ਪਰ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀਆਂ ਬੀਬੀਆਂ ਨੂੰ ਝੂਟੇ ਫ੍ਰੀ ਕਰ ਦਿੱਤੇ ਹੈ। ਕਿਆ ਬਾਤ ਹੈ ਜੀ, ਸਰਕਾਰ ਨੇ ਐਡਾ ਵੱਡਾ ਕਦਮ ਚੁੱਕਿਆ। ਠੀਕ ਗੱਲ ਹੈ ਜੀ, ਅਸੀਂ ਕਿਹੜਾ ਸਰਕਾਰ ਦੇ ਪਾਸੋਂ ਕੋਈ ਹੋਰ ਵੱਡੀਆਂ ਮੰਗਾਂ ਮੰਗਦੇ ਆ। ਬਸ ਆਹ ਕੁਛ ਨਹੀਂ ਤਾਂ ਸਾਨੂੰ ਚਾਹੀਦਾ, ਬਸ ਫ੍ਰੀ ਹੋਵੇ ਜੋ ਕੁਛ ਹੋਵੇ, ਭਾਵੇਂ ਜ਼ਹਿਰ ਹੀ ਹੋਵੇ। ਉਹ ਫ੍ਰੀ ਦੀ ਤਾਂ ਲੋਕੀ ਜ਼ਹਿਰ ਵੀ ਨਹੀਂ ਛੱਡਦੇ, ਉਹ ਵੀ ਦੋ ਪੁੜੀਆਂ ਚੱਕ ਕੇ ਆਪਣੇ ਝੋਲੇ ਦੇ ਵਿੱਚ ਪਾ ਲੈਂਦੇ ਨੇ ਕਿ ਚੱਲ ਖੈਰ ਸਾਡੇ ਨਾਲ ਕੰਮ ਆਈ ਤਾਂ ਕਿਸੇ ਨੂੰ ਹੀ ਦੇ ਦਿਆਂਗੇ। ਗੱਲ ਇਹ ਹੈ ਕਿ ਇਸ ਫ੍ਰੀ ਨੇ ਸਾਨੂੰ ਕਰ ਦਿੱਤਾ ਜੀ ਨਕੰਮੇ ਤੇ ਨਠੱਲੇ। ਖੈਰ ਬੱਸਾਂ ਦੇ ਫ੍ਰੀ ਸਫ਼ਰ ਦੀ ਅੱਜ ਆਪਾਂ ਗੱਲ ਕਰਨੀ ਹੈ, ਹੋਰ ਕੋਈ ਗੱਲ ਨਹੀਂ ਹੋਏਗੀ। ਤੇ ਲਓ ਜੀ, ਆਜੋ ਫਿਰ ਤੁਸੀਂ ਵੀ ਚੜ ਜਾਓ ਰੋਡਵੇਜ਼ ਦੀ ਲਾਰੀ ਦੇ ਵਿੱਚ, ਕਿਉਂਕਿ ਹੁਣ ਉੱਥੇ ਸਫ਼ਰ ਫ੍ਰੀ ਕਰ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਬੀਬੀਆਂ ਹੁਣ ਕਰਨਗੀਆਂ ਸਫ਼ਰ ਫ੍ਰੀ।
ਕੋਈ ਉਹਨਾਂ ਦਾ ਕਿਰਾਇਆ ਨਹੀਂ ਲੱਗੂਗਾ, ਕੋਈ ਕੁਛ ਹੋਵੇ, ਉਮਰ ਜਿਹੜੀ ਮਰਜ਼ੀ ਹੋਵੇ ਉਹ ਫ੍ਰੀ ਝੂਟੇ ਲੈਣਗੀਆਂ ਜੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ, ਚਾਹੇ ਉਹ ਬੱਸ ਪੈਪਸੂ ਰੋਡਵੇਜ਼ ਦੀ ਹੋਵੇ ਤੇ ਜਾਂ ਫਿਰ ਪੰਜਾਬ ਰੋਡਵੇਜ਼ ਦੀ ਹੋਵੇ। ਮੈਂ ਕਿਹਾ ਜੀ ਮੌਜਾਂ ਲੁੱਟਣ, ਬੋਲੇ ਲੁੱਟਣ, ਆਖਰ ਉਹਨਾਂ ਦੀ ਆਪਣੀ ਸਰਕਾਰ ਆ, ਰਾਜ ਨਹੀਂ ਸੇਵਾ ਹੀ ਆ। ਤੇ ਲਓ ਜੀ, ਇਸੇ ਸੇਵਾ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਉਹ ਬੱਸਾਂ ਦੇ ਵਿੱਚ ਹੁਣ ਚੜ੍ਹਨ ਲੱਗ ਪਈਆਂ ਨੇ, ਕਿਉਂਕਿ ਸਫ਼ਰ ਫ੍ਰੀ ਆ ਨਾ। ਸਰਕਾਰ ਕਹਿੰਦੀ ਹੈ ਕਿ ਪੰਜਾਬ ਦੀ ਕੋਈ ਵੀ ਬੀਬੀ ਹੋਵੇ ਉਹਦੇ ਕੋਲ ਹੋਣਾ ਚਾਹੀਦਾ ਆਪਣਾ ਆਧਾਰ ਕਾਰਡ, ਰਾਸ਼ਨ ਕਾਰਡ ਤੱਕ ਖੈਰ ਹੁਣ ਖਤਮ ਹੀ ਕਰ ਦਿੱਤੇ ਆ, ਨੀਲੇ ਕਾਰਡ ਹੀ ਭਾਵੇਂ ਚੱਕੀ ਫਿਰ ਨਾ। ਰਾਸ਼ਨ ਕਾਰਡ ਹੋਵੇ, ਆਧਾਰ ਕਾਰਡ ਹੋਵੇ, ਵੋਟਰ ਕਾਰਡ ਹੋਵੇ, ਕੋਈ ਸ਼ਨਾਖਤੀ ਕਾਰਡ ਹੋਵੇ। ਗੱਲ ਕਹਿਣ ਦਾ ਮਤਲਬ ਇਹ ਹੈ ਕਿ ਹੋਣੀ ਬੀਬੀ ਪੰਜਾਬ ਦੀ ਚਾਹੀਦੀ ਹੈ ਬਸ। ਫਿਰ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਉਹ 1 2 का 4 ਕਰਦੀ ਫਿਰ, ਮੇਰਾ ਮਤਲਬ ਯਾਨੀ ਕਿ ਸਫ਼ਰ ਕਰਦੀ ਫਿਰੇ। ਬੀਬੀਆਂ ਬਹੁਤ ਸਾਰੇ ਕਹਿੰਦੇ ਕਿ ਹਾਏ ਸਾਨੂੰ ਚੰਡੀਗੜ੍ਹ ਤੇ ਜਾਣ ਦਿੱਤਾ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆਹ ਕਿਹੜੀ ਵੱਡੀ ਗੱਲ ਹੈ, ਤੁਸੀਂ ਚੰਡੀਗੜ੍ਹ ਵੀ ਜਾਓ। ਪਹਿਲਾਂ ਇਸ ਸਫ਼ਰ ਦਾ ਦਾਇਰਾ ਸੀਗਾ ਪੂਰੇ ਪੰਜਾਬ ਦੇ ਵਿੱਚ, ਹੁਣ ਨਾਲ ਦੀ ਨਾਲ ਚੰਡੀਗੜ੍ਹ ਵੀ ਲਾਓ, ਲੱਗਦੇ ਹੱਥ ਸੁਖਨਾ ਝੀਲ ਵੀ ਦੇ ਕੇ ਆਓ ਨਾਲੇ। ਮੈਂ ਕਹਾਂ ਜੀ ਚੰਡੀਗੜ੍ਹ ਦੇ ਨਜ਼ਾਰੇ ਦੇਖੋ ਕੀ ਕਰਦੇ ਉੱਥੇ ਵਿਆਹ ਤੇ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA। ਪੰਜਾਬ ਸਰਕਾਰ ਨੇ ਲਾਤੀਆਂ ਬੀਬੀਆਂ ਨੂੰ ਮੌਜਾਂ। ਮੈਂ ਕਿਹਾ ਜੀ ਜਿਹੜੀ ਬੀਬੀ ਕਦੇ ਆਪਣੇ ਘਰ ਵਾਲੇ ਦੇ ਮਗਰ ਐ ਉਹਦੇ ਲੱਕ ਨੂੰ ਪਾ ਕੇ ਨਹੀਂ ਜਫਾ ਜਿਹਾ ਵੀ ਏਦਾਂ ਬੈਠਦੀ ਹੁੰਦੀ ਸੀ ਵੀ ਜਿੱਦਾਂ ਕਿਤੇ ਇਹਨੇ ਮੋਟਰਸਾਈਕਲ ਚੱਲਦਾ ਛੱਡ ਕੇ ਕਿਤੇ ਦੌੜ ਜਾਣਾ ਹੁੰਦਾ, ਬਸ ਹੁਣ ਉਹ ਚੁੱਪ ਕਰਕੇ ਹੁਣ ਬੱਸ ਦੀ ਸੀਟ ਤੇ ਬੈਠਿਆ ਕਰੂਗੀ। ਹੁਣ ਤਾਂ ਘਰ ਵਾਲੇ ਦੇ ਨਾਲ ਕਿਰਾਏ ਦੀ ਲੜਾਈ ਵੀ ਨਹੀਂ ਹੋਇਆ ਕਰਨੀ, ਦਊਗਾ ਨਾ ਦਊਗਾ ਤੇ ਨਾ ਦਊਗਾ, ਚੁੱਪ ਕਰਕੇ ਚੱਕੂ ਝੋਲਾ ਤੇ ਪਾ ਕੇ ਦੇਖੇ ਮੜ ਜਾ ਰੌਲਾ। ਤਾਂ ਮੈਂ ਕਿਹਾ ਜੀ ਫਿਰ ਅਗਲੀ ਨੇ ਚੁੱਪ ਕਰਕੇ ਜਾ ਕੇ ਆਪਣੇ ਪੇਕਿਆਂ ਦਾ ਕੁੰਡਾ ਖੜਕਾ ਦਿਆ ਕਰਨਾ। ਲਓ ਜੀ, ਪੇਕਿਆਂ ਦਾ ਕੁੰਡਾ ਖੜਕਾ ਕੇ ਉੱਥੇ ਜਾ ਕੇ ਨਾਲੇ ਭਰਜਾਈਆਂ ਨੇ ਵੀ ਮੂੰਹ ਬੱਟਿਆ ਕਰਨ ਕਾਹਦਾ ਆ ਤਾਂ ਫਰੀ ਕਰ ਦਿੱਤੇ। ਇਹ ਤਾਂ ਤੀਸਰੇ ਦਿਨ ਝੋਲਾ ਚੱਕ ਕੇ ਆ ਜਾਂਦੀ ਹੈ, ਤਾਂ ਪਹਿਲਾਂ ਹੀ ਨਹੀਂ ਸੀ ਮਾਣ, ਹੁਣ ਫੇਰ ਆ ਗਈ ਹੈ, ਦੱਸ ਭਲਾ ਕੀ ਕਰੀਏ ਅਸੀਂ। ਔਰ ਇਦਾਂ ਹੀ ਘਰ ਵਾਲਿਆਂ ਨੇ ਵੀ ਡਰਦੇ ਨੇ, ਉਹ ਭਰਾਵਾ ਇਹਨੂੰ ਕੁਛ ਨਾ ਕਿਉਂ, ਤੱਤੇ ਪੈਰਾਂ ਵਾਲੀ ਨੂੰ, ਇਹਨੇ ਝੋਲਾ ਚੱਕਣਾ, ਇਹਨੇ ਤੁਰ ਪੈਣਾ। ਉਧਰ ਅੱਗੇ ਸਰਕਾਰ ਨੇ ਸਾਡੇ ਪੈਰਾਂ ਦੇ ਵਿੱਚ ਕੁਹਾੜੀ ਦੇ ਮਾਰੀ, ਇਹਨਾਂ ਦਾ ਕਿਰਾਇਆ ਮਾਫ ਕਰ ਦਿੱਤਾ। ਹੁਣ ਤਾਂ ਕਿਸੇ ਨੂੰ ਪੁੱਛਦੀਆਂ ਗਿੱਛਦੀਆਂ ਵੀ ਨਹੀਂ, ਪਤਾ ਹੀ ਉਦੋਂ ਲੱਗਦਾ ਜਦੋਂ ਉਧਰੋਂ ਸੱਸ ਸਹੁਰੇ ਦਾ ਫੋਨ ਆਉਂਦਾ, ਹਾਂ ਵੀ ਪ੍ਰਾਹੁਣਿਆ ਕੀ ਹੋ ਗਿਆ ਸੀ, ਕੁੜੀ ਇੱਥੇ ਤੁਰੀ ਫਿਰਦੀ ਹੈ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਮੁੱਦਾ ਜਿਹੜਾ ਹੈ, ਲੋਕੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੱਸਾਂ ਦੇ ਕਿਰਾਏ ਫ੍ਰੀ ਕਰ ਦਿੱਤੇ ਆ। ਮੈਂ ਕਿਹਾ ਜਾਨ ਫਟੇ ਚੱਕ ਦਿੱਤੇ ਆ। ਤੇ ਜੇਕਰ ਕਿਸੇ ਬੀਬੀ ਨੇ ਕੋਈ ਬੰਦਾ ਨਾਲ ਲੈ ਕੇ ਜਾਣਾ ਹੋਵੇ, ਕਿਹੜੀ ਬੇਇੱਜ਼ਤੀ ਵਾਲੀ ਗੱਲ ਆ ਕਿ ਬੀਬੀ ਨੂੰ ਦੇਖੋ ਭੈਣ ਜੀ ਆ ਜਾਓ ਬੈਠੇ ਤੁਸੀਂ ਫ੍ਰੀ ਆ, ਤੇ ਨਾਲ ਜਿਹੜਾ ਜੀਜਾ ਹੋਊਗਾ ਜੀਜੇ ਦਾ ਕਿਰਾਇਆ ਜਦੋਂ ਲੜਾ, ਸ਼ਰਮ ਨਹੀਂ ਆਊਗੀ ਤੁਹਾਨੂੰ? ਹੈ ਵੱਲੇ ਓ ਤੁਹਾਡੇ ਜਵਾਈਆਂ ਭਾਈਆਂ ਕੋਲੋਂ ਕਿਰਾਇਆ ਮੰਗਦਿਆਂ ਨੂੰ। ਨਹੀਂ ਵੈਸੇ ਵੋਟਾਂ ਵੇਲੇ ਤਾਂ ਸਾਰੇ ਹੀ ਜਵਾਈ ਹੁੰਦੇ ਆ, ਉਸ ਤੋਂ ਬਾਅਦ ਸਾਰੇ ਹੀ ਉਹ ਕਹਿੰਦੇ ਸਾਲੇ ਹੀ ਹੁੰਦੇ ਆ ਭਰਾਵਾ। ਗੱਲ ਏਦਾਂ ਕਿ ਸਰਕਾਰ ਨੇ ਵੀ ਇੱਕ ਨਵਾਂ ਪੈਂਤਰਾ ਖੇਡਿਆ ਕਿ ਉਹ ਕੰਮ ਕੀਤਾ ਜਿਹੜਾ ਕਦੇ ਕਿਸੇ ਨੇ ਚਾਹਿਆ ਵੀ ਨਹੀਂ ਸੀ, ਕਦੇ ਕਿਸੇ ਨੇ ਮੰਗਿਆ ਵੀ ਨਹੀਂ ਸੀ, ਕਦੇ ਕਿਸੇ ਨੇ ਮੰਗ ਵੀ ਨਹੀਂ ਸੀ ਕੀਤੀ। ਕਹਿੰਦੇ ਨੇ ਗਵਾਂਢੀਆਂ ਦਾ ਜੇਕਰ ਰੂਪ ਨਾ ਆਵੇ, ਮੱਤ ਆਈ ਜਾਂਦੀ ਹੈ। ਪੰਜਾਬ ਨੂੰ ਵੀ ਸੈਂਟਰ ਵਾਲੀ ਮੱਤ ਆ ਗਈ। ਪੰਜਾਬੀਆਂ ਨੇ ਕਿਹੜਾ ਮੰਗਿਆ ਸੀ ਕਿ ਬੱਸਾਂ ਦਾ ਕਿਰਾਇਆ ਮਾਫ ਕਰੋ, ਉਦੋਂ ਹੀ ਇਹਨਾਂ ਨੇ ਕਿਰਾਇਆ ਮਾਫ ਕਰ ਦਿੱਤਾ। ਤੇ ਏਦਾਂ ਹੀ ਸੈਂਟਰ ਦੇ ਕੋਲੋਂ ਕਿਸਾਨਾਂ ਨੇ ਕਿਹੜਾ ਕਿਹਾ ਸੀ ਵੀ ਸਾਡੇ ਤੁਸੀਂ ਖੇਤੀ ਕਾਨੂੰਨ ਲਿਆ ਕੇ ਦਿਓ, ਉਦੋਂ ਹੀ ਉਹਨਾਂ ਨੇ ਮੱਥੇ ਦੇ ਵਿੱਚ ਖੇਤੀ ਕਾਨੂੰਨ ਮਾਰੇ ਸੀ। ਹੁਣ ਅੱਗੇ ਚੱਲ ਕੇ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਜੀ ਬੱਸਾਂ ਦੇ ਕਿਰਾਏ ਮਾਫੀ ਦੇ ਸਬੰਧ ਵਿੱਚ। ਕਿਰਾਇਆ ਮਾਫ ਹੋ ਗਿਆ ਜੀ। ਸਰਕਾਰ ਇਹ ਮਾਫੀਆਂ ਵਾਲੇ ਕੰਮ ਜਿਹੜੇ ਨਾ, ਕਈ ਵਾਰ ਕਹਿੰਦੇ ਨੇ ਕਿ ਆ ਕਰਜ਼ਾ ਮਾਫੀ ਕਰ ਦਿੱਤੀ,
ਚੁੰਗੀ ਮਾਫੀ ਕਰ ਦਿੱਤੀ ਤੇ ਹੋਰ ਵੀ ਬਹੁਤ ਸਾਰੀਆਂ ਮਾਫੀਆਂ ਜਿਹੜੀਆਂ ਇਹ ਜਨਤਾ ਨੂੰ ਦਿੰਦੇ ਰਹਿੰਦੇ ਆ। ਪਰ ਜਦੋਂ ਜਨਤਾ ਕਹਿੰਦੀ ਹੈ ਵੋਟਾਂ ਦੇ ਵੇਲੇ ਉਹ ਜਾ ਬਾਬਾ ਸਾਨੂੰ ਮਾਫ ਕਰ, ਉਦੋਂ ਮਾਫੀ ਨਹੀਂ ਦਿੰਦੇ। ਗੱਲ ਮਾਫੀਆਂ ਦੀ ਚੱਲ ਰਹੀ ਹੈ ਜੀ। ਗੱਲ ਏਦਾਂ ਹੈ ਵੀ ਕਿਸੇ ਬੰਦੇ ਨੇ ਨਾ ਸੱਪਾਂ ਦੀ ਦੁਕਾਨ ਖੋਲ ਲਈ ਤੇ ਸੱਪਾਂ ਦੀ ਦੁਕਾਨ ਖੋਲ ਲਈ ਤੇ ਲਿਖ ਦਿੱਤਾ ਕਿ ਲੈ ਜਾਓ ਬਈ ਲੈ ਜਾਓ, ਫਰੀ ਸੱਪ ਲੈ ਜਾਓ। ਲਓ ਜੀ, ਉਹਦੀ ਦੁਕਾਨ ਤੇ ਤਾਂ ਲੱਗ ਗਿਆ ਮੇਲਾ। ਲੋਕੀ ਇੱਕ ਇੱਕ ਸੱਪ ਨਹੀਂ 2-2 ਸੱਪ ਲੈਣ ਆ ਗਏ। ਉਹ ਦੁਕਾਨਦਾਰ ਬੜਾ ਪਰੇਸ਼ਾਨ ਹੋਇਆ, ਕਹਿੰਦਾ ਯਾਰ ਤੁਸੀਂ ਦੱਸੋ ਫਰੀ ਦੇ ਵਿੱਚ ਜੇਕਰ ਮੈਂ ਸੱਪ ਦੇਣ ਲੱਗ ਪਿਆ ਤਾਂ ਤੁਸੀਂ ਇਹ 2-2 ਕਰਨੇ ਕੀ ਹੈ? ਵੀ ਸੱਪ ਨੇ ਕਿਤੇ ਆਂਡੇ ਦੇਣੇ ਜਾਂ ਇਹਦੀਆਂ ਧਾਰਾਂ ਕੱਢਣੀਆਂ ਤੁਸੀਂ? ਤਾਂ ਕਹਿੰਦੇ ਨਹੀਂ ਜੀ, ਫਰੀ ਦੀ ਤਾਂ ਲੋਕੀ ਜ਼ਹਿਰ ਨਹੀਂ ਛੱਡਦੇ, ਨਾਲੇ ਅਸੀਂ ਇਹਨੂੰ ਗੁਆਂਢੀਆਂ ਦੇ ਘਰਾਂ ਦੇ ਵਿੱਚ ਛੱਡਾਂਗੇ, ਆਪੇ ਹੀ ਅਗਲੇ ਨੱਠਣ ਭੱਜਣਗੇ, ਅਸੀਂ ਤੇ ਸੁੱਖ ਦੀ ਨੀਂਦ ਸੌਵਾਂਗੇ। ਓਏ ਆਹ ਤੇ ਸਾਡੇ ਮਾਨਸਿਕ ਹਾਲਾਤ ਬਣੇ ਹੋਏ ਨੇ ਕਿ ਅਸੀਂ ਫ੍ਰੀ ਦੇ ਵਿੱਚ ਕੁਝ ਵੀ ਮਿਲਦਾ ਹੋਵੇ ਨਾ ਉਹਨੂੰ ਅਸੀਂ ਛੱਡ ਨਹੀਂ ਸਕਦੇ। ਬਸ ਇਸੇ ਗੱਲ ਦਾ ਪਤਾ ਸਰਕਾਰ ਨੂੰ ਵੀ ਹੈ ਤੇ ਇਸੇ ਕਰਕੇ ਆਹ ਹੀ ਰਗ ਜਿਹੜੀ ਆ ਨਾ ਸਰਕਾਰ ਜਦੋਂ ਮਰਜ਼ੀ ਦੱਬ ਕੇ ਆਪਣਾ ਵੋਟਾਂ ਵਾਲਾ ਉੱਲੂ ਸਿੱਧਾ ਕਰ ਲੈਂਦੀ ਹੈ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਹੁਣ ਗੱਲ ਕਰਦੇ ਹਾਂ ਆਪਾਂ ਕਿ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਲਗਭਗ 12,300-400 ਦੇ ਕਰੀਬ ਪਿੰਡ ਨੇ ਪੰਜਾਬ ਦੇ ਤੇ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਲਗਭਗ ਸਾਰੇ ਘਰਾਂ ਦੇ ਵਿੱਚ ਕੋਈ ਨਾ ਕੋਈ ਮੋਟਰਸਾਈਕਲ, ਸਕੂਟਰ, ਕਾਰ ਜਿਹੜੀ ਹੈ ਉਹ ਲਗਭਗ ਸਾਰਿਆਂ ਨੇ ਹੁਣ ਅੱਜ ਕੱਲ੍ਹ ਖਰੀਦੀ ਹੈ। ਅੱਜ ਕੱਲ੍ਹ ਤਾਂ ਕਹਿੰਦੇ ਆ ਕਿ ਬਹੁਤ ਸਾਰੇ ਐਸੇ ਕੀ ਕਹਿੰਦੇ ਹੁੰਦੇ ਆ ਟੱਪਰੀ ਬਾਸ ਲੋਕ ਵੀ ਨੇ ਜਿਹੜੇ ਕਿ ਕਾਰਾਂ ਜੀਪਾਂ ਲਈ ਫਿਰਦੇ ਨੇ। ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਾਰਿਆਂ ਦੇ ਕੋਲ ਆਪੋ ਆਪਣੇ ਵਾਹਨ ਹੈਗੇ ਆ ਤਾਂ ਹੁਣ ਬੱਸਾਂ ਦੇ ਵਿੱਚ ਕਿਹਨੇ ਜਾਣਾ? ਬੱਸਾਂ ਦੇ ਵਿੱਚ ਸਫ਼ਰ ਕਿਹਨੇ ਕਰਨਾ? ਬੱਸਾਂ ਦੇ ਵਿੱਚ ਸਫ਼ਰ ਕਰਨਾ ਹੈ ਜੀ ਸਰਕਾਰੀ ਮੁਲਾਜ਼ਮਾਂ ਨੇ, ਪੁਲਿਸ ਵਾਲਿਆਂ ਨੇ ਤੇ ਜਾਂ ਫਿਰ ਹੋਰ ਜਿਹੜੀਆਂ ਕੰਮਕਾਜੀ ਔਰਤਾਂ ਨੇ ਜਾਂ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੇ। ਹੁਣ ਪੜ੍ਹਨ ਵਾਲੇ ਬੱਚੇ ਵੀ ਬਹੁਤੇ ਅੱਜ ਕੱਲ੍ਹ ਆਪੋ ਆਪਣੇ ਵਾਹਨਾਂ ਦੇ ਉੱਪਰ ਜਾਂਦੇ ਨੇ, ਮੋਟਰਸਾਈਕਲਾਂ ਦੇ ਉੱਪਰ, ਸਕੂਟਰਾਂ ਦੇ ਉੱਪਰ, ਕਾਰਾਂ ਦੇ ਉੱਪਰ ਜਾਂਦੇ ਨੇ। ਅੱਜ ਕੱਲ੍ਹ ਬੱਸੇ ਵੀ ਉਹ ਬੱਚੇ ਨਹੀਂ ਜਾਂਦੇ ਜਿਹੜੇ ਸਾਡੇ ਵਾਂਗੂ ਕਈ ਪਾਸ ਬਣਾ ਕੇ ਜਾਂਦੇ ਹੁੰਦੇ ਸੀ। ਸਾਰਿਆਂ ਦੇ ਕੋਲ ਆਪੋ ਆਪਣੇ ਵਾਹਨ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੂਰੇ ਪੰਜਾਬ ਦੀ ਗਿਣਤੀ ਕੀਤੀ ਜਾਵੇ ਤਾਂ ਇੰਨਿਆਂ ਦੇ ਵਿੱਚੋਂ ਕਿੰਨੀਆਂ ਕੁ ਬੀਬੀਆਂ ਹੋਣਗੀਆਂ ਜਿਹੜੀਆਂ ਡੇਲੀ ਸਫ਼ਰ ਕਰਦੀਆਂ ਹੋਣਗੀਆਂ? ਸਰਕਾਰ ਨੇ ਕਿੰਨਾ ਕੁ ਘਾਟਾ ਝੱਲ ਕੇ 2022 ਦੇ ਫਾਇਦੇ ਵਾਲੀ ਗੱਲ ਸੋਚੀ ਆ? ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ। ਤੁਸੀਂ ਚਰਨਜੀਤ ਜੋਗੀ ਦੇ ਨਾਲ ਬਣੇ ਹੋਏ ਹੋ ਤੇ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਬੱਸਾਂ ਦੇ ਕਿਰਾਏ ਦੀ ਕਿ ਕਿਰਾਇਆ ਹੋ ਗਿਆ ਮਾਫ ਤੇ ਬੀਬੀਆਂ ਕਹਿੰਦੀਆਂ ਵੀ ਹੁਣ ਬੁੱਲੇ ਲੁੱਟੋ ਬੱਸਾਂ ਦੇ, ਬਸ ਐਨ ਝੂਟੇ ਲਾ ਲਓ ਜਿੰਨੇ ਵੀ ਤੁਸੀਂ ਲੈ ਸਕਦੀਆਂ। ਲੈਣੇ ਵੀ ਚਾਹੀਦੇ ਭਾਈ, ਫ੍ਰੀ ਦੀ ਚੀਜ਼ ਕੋਈ ਨਹੀਂ ਛੱਡਦਾ। ਹਾਂ ਤੇ ਤੁਸੀਂ ਵੀ ਲਓ ਝੂਟੇ। ਪਰ ਗੱਲ ਸਭ ਤੋਂ ਵੱਡੀ ਇਹ ਹੈ ਕਿ ਇਹ ਚੀਜ਼ ਸਾਨੂੰ ਇਸ ਵੇਲੇ ਸਾਡੀ ਸਮੇਂ ਦੀ ਸਭ ਤੋਂ ਵੱਡੀ ਮੰਗ ਲੱਗਦੀ ਸੀ ਕਿ ਉਸ ਚੀਜ਼ ਦੇ ਵਾਸਤੇ ਲੋਕਾਂ ਨੇ ਕਿਹਾ ਸੀ, ਚਿੱਠੀਆਂ ਪਾਈਆਂ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਸੀ ਕਿ ਇਹ ਕੰਮ ਹੋਣਾ ਚਾਹੀਦਾ ਹੈ, ਤੇ ਜਾਂ ਫਿਰ ਕਿਤੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਹਿੱਸਾ ਸੀ। ਜੇ ਨਹੀਂ ਸੀ ਤਾਂ ਫਿਰ ਕਿਉਂ ਕੀਤਾ ਗਿਆ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਹੁਣ ਆਜੋ ਦੂਸਰੇ ਪਾਸੇ, ਕੀ ਸਿਰਫ ਬੱਸਾਂ ਦੇ ਕਿਰਾਏ ਹੀ ਮਾਫ ਕਰ ਦੇਣੇ ਇਹੀ ਸਾਡੇ ਲਈ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ? ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਸਾਡੀ ਜਿਹੜੀ ਸਿਹਤ ਆ ਉਹ ਇਸ ਵੇਲੇ ਬੁਰੀ ਤਰ੍ਹਾਂ ਦੇ ਨਾਲ ਚਰਮਰਾ ਚੁੱਕੀ ਹੈ। ਸਾਡਾ ਸਿਹਤ ਪ੍ਰਬੰਧ ਜਿਹੜਾ ਆ ਉਹ ਪੂਰੀ ਤਰ੍ਹਾਂ ਦੇ ਨਾਲ ਐਨ ਜ਼ਰਜ਼ਰ ਹੋਇਆ ਬੈਠਾ ਹੈ। ਪਤਾ ਨਹੀਂ ਕਦੋਂ ਧੜਮ ਕਰਕੇ ਡਿੱਗ ਜਾਣਾ ਹੈ। ਔਰ ਸਾਡੇ ਸਕੂਲਾਂ ਦੇ ਹਾਲਾਤ ਜਿਹੜੇ ਆ ਉਹ ਵੀ ਕੋਈ ਬਹੁਤ ਵਧੀਆ ਨਹੀਂ। ਔਰ ਸਾਡੇ ਵਾਤਾਵਰਨ ਦੀ ਤਾਂ ਬਸ ਤੁਸੀਂ ਪੁੱਛੋ ਹੀ ਨਾ। ਹਰ ਸਾਲ ਸਾਡੀ ਆਬੋ ਹਵਾ ਜਿਹੜੀ ਆ ਉਹ ਕਹਿੰਦੀ ਆ ਕਿ ਬਸ ਤੁਹਾਨੂੰ ਜੀਣ ਜੋਗੇ ਅਸੀਂ ਛੱਡਣਾ ਹੀ ਨਹੀਂ। ਤੇ ਜੇਕਰ ਇੰਨੇ ਮਾੜੇ ਹਾਲਾਤ ਨੇ ਸਾਡੇ, ਤਾਂ ਫਿਰ ਉਹਨਾਂ ਦੇ ਵਿੱਚ ਬੱਸਾਂ ਦੇ ਕਿਰਾਏ, ਇਹ ਤਾਂ ਮਰੇ ਦੇ ਮੂੰਹ ਨੂੰ ਘੇ ਲਾਉਣ ਵਾਲੀ ਗੱਲ ਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ। ਦੇਖੋ, ਇਸ ਵੇਲੇ ਨਾ ਕਰੋਨਾ ਦੀ ਹਾਹਾਕਾਰ ਮਚੀ ਪਈ ਆ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕੇਸ ਜਿਹੜੇ ਆ ਉਹ ਵੱਧ ਰਹੇ ਨੇ। ਔਰ ਜੇਕਰ ਅਸੀਂ ਗੱਲ ਕਰੀਏ, ਸਰਕਾਰ ਕਹਿੰਦੀ ਹੈ ਕਿ ਜਿਹੜਾ
ਕੋਵਿਡ ਵੈਕਸੀਨ ਤੁਹਾਨੂੰ ਦਿੱਤੀ ਜਾਣੀ ਹੈ ਉਹ ਫ੍ਰੀ ਆਫ ਕਾਸਟ ਆ ਸਾਡੇ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ। ਤੁਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਜਾ ਕੇ ਇਹ ਦਵਾਈ ਮੁਫਤ ਲਵਾ ਸਕਦੇ ਹੋ। ਉਧਰ ਦੂਸਰੇ ਪਾਸੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 250 ਰੁਪਈਆ ਲੈ ਕੇ ਇਹ ਟੀਕਾ ਜਿਹੜਾ ਇਹ ਲਗਾਇਆ ਜਾ ਰਿਹਾ। ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੀ ਬਜਾਏ ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 250 ਰੁਪਈਆ ਦੇ ਕੇ ਉਹ ਇੰਜੈਕਸ਼ਨ ਲੈ ਰਹੇ ਨੇ, ਕੋਵਿਡ ਵੈਕਸੀਨ ਲੈ ਰਹੇ ਨੇ। ਕਿਉਂ? ਕੀ ਇੱਥੇ ਸਾਡੀ ਇਹ ਨਾਕਾਮੀ ਨਹੀਂ ਸ਼ੋ ਹੋ ਰਹੀ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਡਿਸਪੈਂਸਰੀਆਂ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਅਸੀਂ ਕਿਉਂ ਨਹੀਂ ਬਣਾ ਸਕੇ? ਇੰਨੇ ਸਾਲ ਹੋ ਗਏ ਨੇ ਸਾਨੂੰ ਆਜ਼ਾਦ ਹੋਇਆਂ ਨੂੰ, ਹਾਲੇ ਤੱਕ ਅਸੀਂ ਸਰਕਾਰੀ ਹਸਪਤਾਲਾਂ ਦੇ ਉੱਪਰ ਲੋਕਾਂ ਦਾ ਭਰੋਸਾ ਨਹੀਂ ਬਣਾ ਸਕੇ। ਅਸੀਂ ਉਹਨਾਂ ਨੂੰ ਆਪਣੇ ਹਸਪਤਾਲਾਂ ਵੱਲ ਮੋੜ ਨਹੀਂ ਸਕੇ। ਕਿਉਂ? ਕਿਉਂਕਿ ਸਾਡੇ ਪ੍ਰਬੰਧ ਜਿਹੜੇ ਨੇ ਨਾਕਸ ਨੇ ਔਰ ਅਸੀਂ ਉਹਨਾਂ ਦੇ ਬਾਬਤ ਕੋਈ ਸਵਾਲ ਜਵਾਬ ਵੀ ਨਹੀਂ ਕਰਦੇ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਸਰਕਾਰ ਨੇ ਜਦੋਂ ਸਾਨੂੰ ਫ੍ਰੀ ਦੀ ਕੋਈ ਆਸ ਦਿਖਾ ਲਈ ਅਸੀਂ ਲਾਲਾਂ ਛੱਡ ਜਾਣੀਆਂ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਗੱਲ ਕਰਦੇ ਹਾਂ ਕਿ ਜਿੱਥੇ ਸਾਡੇ ਸਿਹਤ ਪ੍ਰਬੰਧ ਜਿਹੜੇ ਆ ਉਹ ਚਰਮਰਾ ਚੁੱਕੇ ਨੇ, ਉੱਥੇ ਹੀ ਗੱਲ ਕਰਨੀ ਚਾਹਾਂਗਾ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਜੰਡਿਆਲਾ ਮੰਚਕੀ। ਉੱਥੇ ਦਾ ਇੱਕ ਸਰਕਾਰੀ ਕਾਲਜ ਆ ਕਿ ਜਿਹਦੇ ਹਾਲਾਤ ਜਿਹੜੇ ਨੇ ਨਾ ਉਹ ਤੁਸੀਂ ਦੇਖੋਗੇ ਜਦੋਂ ਤੇ ਸੱਚਮੁੱਚ ਤੁਹਾਡਾ ਰੋਣਾ ਨਿਕਲ ਜਾਊਗਾ। ਬਹੁਤ ਵੱਡੀ ਬਿਲਡਿੰਗ ਬਣੀ ਹੋਈ ਹੈ, ਬਹੁਤ ਅੱਛੀ ਥਾਂ ਆ, ਪਰ ਸਰਕਾਰ ਨੇ ਉਸ ਕਾਲਜ ਦਾ ਕੱਢ ਜਲੂਸ ਦਿੱਤਾ। ਇਦਾਂ ਹੀ ਹੋਰ ਤੁਹਾਡੇ ਆਪਣੇ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਜਾਂ ਕਿਤੇ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਸਰਕਾਰੀ ਸਕੂਲ ਵੀ ਹੋਣਗੇ, ਸਰਕਾਰੀ ਕਾਲਜ ਵੀ ਹੋ ਸਕਦੇ ਆ, ਉਹਨਾਂ ਦੇ ਹਾਲਾਤ ਜਿਹੜੇ ਆ ਵੱਧ ਤੋਂ ਬਦਤਰ ਹੋਣਗੇ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਬੱਸਾਂ ਦੇ ਕਿਰਾਇਆਂ ਦੇ ਨਾਲੋਂ ਜ਼ਰੂਰਤ ਸੀ ਕਿ ਉਹਨਾਂ ਸਕੂਲਾਂ ਦੇ, ਉਹਨਾਂ ਕਾਲਜਾਂ ਦੇ ਪ੍ਰਬੰਧਾਂ ਨੂੰ ਤੁਸੀਂ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਪ੍ਰਬੰਧਾਂ ਦੇ ਮੁਕਾਬਲੇ ਲਿਆ ਕੇ ਖੜੇ ਕਰਦੇ, ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਸਕੂਲਾਂ ਦੇ ਵਿੱਚ ਜਾਂਦੇ, ਉਹਨਾਂ ਕਾਲਜਾਂ ਦੇ ਵਿੱਚ ਜਾਂਦੇ, ਉੱਥੇ ਜਾ ਕੇ ਉਹਨਾਂ ਦੀ ਲੁੱਟ ਖਸੁੱਟ ਨਾ ਹੁੰਦੀ। ਪਰ ਮੈਨੂੰ ਇੱਥੇ ਡਾਕਟਰ BR ਅੰਬੇਦਕਰ ਸਾਹਿਬ ਦਾ ਇੱਕ ਕਥਨ ਯਾਦ ਆ ਰਿਹਾ। ਉਹ ਕਹਿੰਦੇ ਹੁੰਦੇ ਸੀ ਕਿ ਇਹ ਲੋਕ ਤੁਹਾਨੂੰ ਬਹੁਤ ਕੁਝ ਫ੍ਰੀ ਦੇਣਗੇ, ਬਹੁਤ ਕੁਝ ਫ੍ਰੀ ਦੇਣਗੇ, ਪਰ ਤੁਹਾਨੂੰ ਕਦੇ ਵੀ ਸਿੱਖਿਆ ਫ੍ਰੀ ਨਹੀਂ ਦੇਣਗੇ, ਕਿਉਂਕਿ ਐਜੂਕੇਸ਼ਨ ਦੇ ਵਿੱਚੋਂ ਸਵਾਲ ਪੈਦਾ ਹੁੰਦੇ ਨੇ। ਪਰ ਅਸੀਂ ਆਪਣੇ ਸਾਰੇ ਸਵਾਲ ਸ਼ਰਮ ਹਯਾ ਵਾਂਗੂ ਲਾ ਕੇ ਕੀਲੀਆਂ ਤੇ ਟੰਗ ਦਿੱਤੇ ਨੇ। ਬਸ ਹੱਥ ਅੱਡ ਕੇ ਖੜੇ ਆ ਕਿ ਸਰਕਾਰ ਸਾਨੂੰ ਕੁਝ ਨਾ ਕੁਝ ਫ੍ਰੀ ਦੇ ਦੇਵੇ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਸਾਡੇ ਗੱਲ ਕਰਦੇ ਆ ਕਿ ਸਰਕਾਰ ਜਿਹੜੀ ਆ ਨਾ ਉਹ ਸਾਨੂੰ ਆਮ ਤੌਰ ਤੇ ਹੁਣ ਵਰਤਣਾ ਜਾਣ ਗਈ ਹੈ, ਕਿਉਂਕਿ ਅਸੀਂ ਸਾਰੇ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਆ। ਜਦੋਂ ਕਿਤੇ ਮੀਂਹ ਮੂੰਹ ਪੈਂਦਾ ਨਾ ਸਾਨੂੰ ਪਤਾ ਹੁੰਦਾ ਵੱਤ ਕਦੋਂ ਆਉਣ ਵਾਲੀ ਆ, ਉਸ ਵੇਲੇ ਫਿਰ ਅਸੀਂ ਵਾਹ ਕੇ ਖੇਤ ਨੂੰ ਬੀਜ ਲੈਂਦੇ ਆ, ਫਸਲ ਕੱਢ ਲੈਂਦੇ ਆ। ਇਸੇ ਤਰ੍ਹਾਂ ਹੀ ਹੁਣ ਇਹਨਾਂ ਲੀਡਰਾਂ ਨੂੰ ਸਾਡੀ ਵੱਤ ਆਈ ਹੋਈ ਹੈ ਕਿ ਬਸ ਆਖਰੀ ਸਾਲ ਦੇ ਵਿੱਚ ਜਾ ਕੇ ਇੱਕ ਦੁੱਕਾ ਕੰਮ ਕਰ ਦਿਓ, ਲੋਕਾਂ ਨੂੰ ਕੁਛ ਨਾ ਕੁਛ ਫ੍ਰੀ ਵੰਡ ਦਿਓ, ਇਹ ਲੋਕ ਖੁਸ਼ ਹੋ ਜਾਂਦੇ ਨੇ, ਸਾਨੂੰ ਵੋਟਾਂ ਪਾ ਦਿੰਦੇ ਨੇ ਤੇ ਆਪਾਂ ਫਿਰ ਮੁੜ ਕੇ 5 ਸਾਲਾਂ ਤੱਕ ਚੰਮਦੀਆਂ ਚਲਾਵਾਂਗੇ। ਇਹਨਾਂ ਨੂੰ ਹੋਰ ਕੱਖ ਨਹੀਂ ਚਾਹੀਦਾ, ਇਹਨਾਂ ਦੀ ਚਮੜੀ ਮੋਟੀ ਹੈ, ਥੋੜਾ ਜਿਹਾ ਇਹਨਾਂ ਨੂੰ ਜਿੱਦਾਂ ਮਰਜ਼ੀ ਕੁੱਟ ਲੁੱਟ ਲਓ, ਕੋਈ ਫਰਕ ਨਹੀਂ ਪੈਂਦਾ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫ੍ਰੀ ਦੇ ਚੱਕਰ ਦੇ ਵਿੱਚ ਤੁਸੀਂ 2-2 ਸੱਪ ਘਰਾਂ ਦੇ ਵਿੱਚ ਨਾ ਵਾੜੋ। ਤੁਸੀਂ ਫ੍ਰੀ ਦੇ ਚੱਕਰ ਦੇ ਵਿੱਚ ਜ਼ਹਿਰ ਆਪਣੇ ਘਰਾਂ ਦੇ ਵਿੱਚ ਨਾ ਲੈ ਕੇ ਆਓ। ਤੁਸੀਂ ਫ੍ਰੀ ਦੇ ਚੱਕਰਾਂ ਦੇ ਵਿੱਚ ਸਰਕਾਰ ਦੇ ਸੋਲੇ ਗਾਉਣੇ ਬੰਦ ਕਰ ਦਿਓ। ਸਰਕਾਰ ਦੇ ਕੋਲੋਂ ਪ੍ਰਬੰਧ ਮੰਗੋ, ਸਰਕਾਰ ਦੇ ਕੋਲੋਂ ਉਹ ਹਾਲਾਤ ਮੰਗੋ ਜਿਨ੍ਹਾਂ ਦੇ ਵਿੱਚ ਜੀਣਾ ਆਉਂਦਾ ਹੋਵੇ, ਸਰਕਾਰ ਦੇ ਕੋਲੋਂ ਚੰਗੀਆਂ ਸੁੱਖ ਸਹੂਲਤਾਂ ਮੰਗੋ। ਪਰ ਅਸੀਂ ਤਾਂ ਸਿਰਫ ਫ੍ਰੀ ਮੰਗਣਾ ਜਾਣਦੇ ਹਾਂ। ਖੈਰ, ਉਹਨਾਂ ਨੇ ਫ੍ਰੀ ਹੁਣ ਦੇ ਦਿੱਤਾ, ਲਈ ਜਾਓ ਹੂਟੇ, ਨਾਲੇ ਕੱਪੜੇ ਪੜਾਓ ਨਾਲੇ ਧੱਕੇ ਖਾਓ। ਖੈਰ, ਇਸ ਤੋਂ ਪਹਿਲਾਂ ਕਿ ਸਾਨੂੰ ਧੱਕੇ ਪੈਣ, ਕਿਉਂ ਨਾ ਅਸੀਂ ਸਮਾਂ ਵਿਚਾਰਦੇ ਹੋਏ ਇੱਥੋਂ ਜਾਣ ਦੀ ਖੇਚਲੀ ਕਰ ਲਈਏ। ਸਮਾਂ ਹੋ ਗਿਆ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਲਈਆਂ। ਫਿਲਹਾਲ ਇਜਾਜ਼ਤ ਦਿਓ, ਪ੍ਰੋਗਰਾਮ ਨਜ਼ਰੀਆ ਨੂੰ ਇੱਥੇ ਹੀ ਆਪਾਂ ਸਮੇਟਦੇ ਹਾਂ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ, ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।